Hello students, today we are going to discuss our Punjabi Maa Boli Pushtak for 5th class, and today we are going to discuss chapter number 12 Kartar Singh Saraaba. So विद्यार्थियों, सब तो पहला ते सानू सारिਆਂ ਨੂੰ पता ही है कि पंजाब ਨੂੰ 1947 ਦੇ ਵਿੱਚ ਆਜ਼ਾਦ ਕਰਾਉਣ ਤੋਂ ਪਹਿਲਾਂ ਬਹੁਤ ਸਾਰੇ ਸ਼ਹੀਦਾਂ ਨੇ ਜਿਹੜੀ ਆਪਣੀ ਕੁਰਬਾਨੀ ਦਿੱਤੀ ਸੀ। ਬਹੁਤ ਸਾਰੇ ਜਿਹੜੇ ਸ਼ਹੀਦੀ ਬਹੁਤ ਸਾਰੇ ਜਿਹੜੇ ਲੋਕਾਂ ਨੇ ਆਪਣੀ ਸ਼ਹੀਦੀ ਪ੍ਰਾਪਤ ਕੀਤੀ ਸੀ, ਜਿਨ੍ਹਾਂ ਵਿੱਚੋਂ ਭਗਤ ਸਿੰਘ, ਸਰਦਾਰ ਉਦਮ ਸਿੰਘ, ਲਾਲਾ ਲਾਜਪਤ ਰਾਏ, ਸੁਖਦੇਵ, ਰਾਜਗੁਰੂ, ਬਹੁਤ ਸਾਰੇ ਜਿਹੜੇ ਮਹਾਨ ਸ਼ਹੀਦ ਹੋਏ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਮਹਾਨ ਸ਼ਹੀਦ ਨੇ ਕਰਤਾਰ ਸਿੰਘ ਸਰਾਭਾ। ਕਰਤਾਰ ਸਿੰਘ ਸਰਾਭਾ ਸੋ ਅਸੀਂ ਚੈਪਟਰ ਨੰਬਰ 12 ਕਰਤਾਰ ਸਿੰਘ ਸਰਾਭਾ ਜੀ ਵਿੱਚ ਕਰਤਾਰ ਸਿੰਘ ਸਰਾਭਾ ਜੀ ਬਾਰੇ ਗੱਲ ਕਰਾਂਗੇ ਕਿ ਉਹਨਾਂ ਨੇ ਜੀਵਨ ਜਿਹੜਾ ਵਾ ਕਿੱਦਾਂ ਦਾ ਸੀਗਾ, ਉਹਨਾਂ ਨੇ ਕਿੱਥੋਂ ਆਪਣੇ ਦੇਸ਼ ਦੇ ਲਈ ਜਿਹੜੀ ਆ ਅੰਦਰ ਜਿਹੜੀ ਆ ਭਾਵਨਾ ਜਿਹੜੀ ਆ ਦੇਸ਼ ਦੇ ਪ੍ਰਤੀ ਦੇਸ਼ ਭਗਤੀ ਦੀ ਭਾਵਨਾ ਕਿੱਥੋਂ ਪੈਦਾ ਹੋਈ। ਸੋ ਵਿਦਿਆਰਥੀਓ, ਇਸ ਚੈਪਟਰ ਵਿੱਚ ਸਾਨੂੰ ਜਾਣਕਾਰੀ ਹੀ ਇਸੇ ਬਾਰੇ ਮਿਲਦੀ ਹੈ। ਸੋ ਆਓ ਹੁਣ ਅਸੀਂ ਸ਼ੁਰੂ ਕਰਦੇ ਹਾਂ। ਦੇਸ਼ ਵਾਸੀਓ ਰੱਖਣਾ ਜਾਤ ਸਾਨੂੰ ਕਿਤੇ ਦਿਲਾਂ ਤੋਂ ਨਾ ਭੁਲਾ ਜਾਣਾ। ਅਸੀਂ ਜਦੋਂ ਬਚਪਨ ਦੇ ਵਿੱਚ ਹੁੰਦੇ ਸੀ ਤੇ ਸਾਨੂੰ ਛੋਟੇ ਹੁੰਦੇ ਤੋਂ ਪੰਜਾਬੀ ਦੇ ਵਿੱਚ ਇੱਕ ਕਵਿਤਾ ਪੜ੍ਹਾਈ ਜਾਂਦੀ ਸੀ, ਦੇਸ਼ ਵਾਸੀਓ ਰੱਖਣਾ ਜਾਤ ਸਾਨੂੰ ਕਿਤੇ ਦਿਲਾਂ ਤੋਂ ਨਾ ਭੁਲਾ ਜਾਣਾ। ਇਹ ਜਿਹੜੀ ਕਵਿਤਾ ਪੰਜਾਬ ਦੀ ਪ੍ਰਮੁੱਖ ਕਵਿਤਾ ਹੈ ਸਰ ਕਰਤਾਰ ਸਿੰਘ ਸਰਾਭਾ ਜੀ ਦੁਆਰਾ ਹੀ ਜਿਹੜੀ ਹੈ ਰਚੀ ਗਈ ਸੀ। ਇਹ ਬੋਲ ਉਸ ਵੇਲੇ ਬੋਲੇ ਜਦੋਂ ਉਹਨਾਂ ਨੂੰ ਫਾਂਸੀ ਦੇ ਰੱਸੇ ਨੂੰ ਹੱਸ ਕੇ ਚੁੰਮਿਆ ਸੀ। ਇਹ ਉਹਨਾਂ ਨੇ ਗੀਤ ਕਦੋਂ ਬੋਲੇ ਸੀ? ਜਦੋਂ ਕਰਤਾਰ ਸਿੰਘ ਸਰਾਭਾ ਜੀ ਜਿਹੜੇ ਆ ਉਹਨਾਂ ਨੂੰ ਫਾਂਸੀ ਲੱਗਣ ਲੱਗੀ ਸੀ, ਉਸ ਟਾਈਮ ਤੇ ਉਹਨਾਂ ਨੇ ਇਹ ਜਿਹੜੀ ਆ ਕਵਿਤਾ ਦੇ ਬੋਲ ਜਿਹੜੇ ਆ ਬੋਲੇ ਸੀਗੇ। ਉਸ ਦਾ ਇਹ ਦੇਸ਼ ਵਾਸੀਆਂ ਦੇ ਨਾਲ ਇੱਕ ਪੈਗਾਮ ਸੀ। ਪੈਗਾਮ ਮਤਲਬ ਸੁਨੇਹਾ ਸੀ ਜੋ ਆਜ਼ਾਦੀ ਦੀ ਲੜਾਈ ਵਿੱਚ ਹੀ ਛੱਡ ਕੇ ਜਾ ਰਹੇ ਸਨ। ਉਹਨਾਂ ਨੂੰ ਜਾਰੀ ਰੱਖਣ ਤੇ ਗੋਰਿਆਂ ਨੂੰ ਦੇਸ਼ ਨੂੰ ਗੋਰਿਆਂ ਦੇ ਚੁੰਗਲ ਤੋਂ ਆਜ਼ਾਦ ਕਰਾ ਕੇ ਦਮ ਲੈਣਾ ਸੀ। ਚੁੰਗਲ ਤੋਂ ਆਜ਼ਾਦ ਕਰਾਉਣਾ ਮਤਲਬ ਚੁੰਗਲ ਤੋਂ ਮਤਲਬ ਜਾਲ ਤੋਂ। ਉਸ ਟਾਈਮ ਤੇ ਇਹਨਾਂ ਨੇ ਕੀ ਸੁਨੇਹਾ ਦਿੱਤਾ ਸੀ ਕਿ ਅਸੀਂ ਜਿਹੜੀ ਆ ਇਸ ਰਸਤੇ ਅਸੀਂ ਆਜ਼ਾਦੀ ਦੇ ਰਸਤੇ ਨੂੰ ਜਿਹੜਾ ਵਾ ਵਿੱਚੋਂ ਹੀ ਛੱਡ ਕੇ ਜਾ ਰਹੇ ਹਾਂ। ਸੋ ਇਸ ਲਈ ਤੁਸੀਂ ਕੀ ਆ ਅੱਗੇ ਆਪਣਾ ਜਿਹੜਾ ਕਦਮ ਜਾਰੀ ਰੱਖਣਾ ਤਾਂ ਕਿ ਤੁਸੀਂ ਗੋਰਿਆਂ ਨੂੰ ਦੇਸ਼ ਤੋਂ ਆਜ਼ਾਦ ਕਰਾ ਸਕੋ। ਫਾਂਸੀ ਚੜ੍ਹਨ ਵੇਲੇ ਕਰਤਾਰ ਸਿੰਘ ਦੀ ਉਮਰ ਸਿਰਫ 19 ਸਾਲਾਂ ਦੀ ਸੀਗੀ। ਕਰਤਾਰ ਸਿੰਘ ਜੀ ਦਾ ਜਨਮ 24 ਮਈ 1896 ਈਸਵੀ ਨੂੰ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ ਹੋਇਆ। ਉਸ ਤਰ੍ਹਾਂ ਉਹਨਾਂ ਦੇ ਪਿੰਡ ਦਾ ਨਾਂ ਹੀ ਸਰਾਭਾ ਉਸ ਦੇ ਨਾਂ ਤੇ ਜੁੜ ਗਿਆ। ਉਸ ਦੇ ਪਿਤਾ ਜੀ ਦਾ ਨਾਮ ਮੰਗਲ ਸਿੰਘ ਜੀ, ਜੋ ਕਰਤਾਰ ਸਿੰਘ ਤੋਂ ਛੋਟੀ ਉਮਰ ਵਿੱਚ ਛੱਡ ਕੇ ਪਰਲੋਕ ਸਿਧਾਰ ਗਏ ਸੀ। ਪਰਲੋਕ ਸਿਧਾਰਨ ਦਾ ਅਰਥ ਹੁੰਦਾ ਹੈ ਮਰ ਜਾਣਾ। ਪਿਤਾ ਜੀ ਮੌਤ ਤੋਂ ਬਾਅਦ ਉਸ ਦਾ ਪਾਲਣ ਪੋਸ਼ਣ ਉਸ ਦੇ ਦਾਦਾ ਬੱਦਨ ਸਿੰਘ ਜੀ ਦੁਆਰਾ ਕੀਤਾ ਗਿਆ ਸੀਗਾ। ਉਸ ਦੀ ਮੁੱਢਲੀ ਵਿੱਦਿਆ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਹ ਖਾਲਸਾ ਹਾਈ ਸਕੂਲ ਲੁਧਿਆਣਾ ਵਿਖੇ ਦਾਖਲ ਹੋ ਗਏ। ਇੱਥੋਂ ਉਹਨਾਂ ਨੇ 8ਵੀਂ ਤੱਕ ਦੀ ਜਿਹੜੀ ਵਿੱਦਿਆ ਹਾਸਲ ਕੀਤੀ। ਇਸ ਤੋਂ ਬਾਅਦ ਉਹ ਮਿਸ਼ਨ ਸਕੂਲ ਲੁਧਿਆਣਾ ਵਿੱਚ ਦਾਖਲ ਹੋ ਗਏ ਤੇ ਇੱਥੋਂ ਉਹਨਾਂ ਨੇ 10ਵੀਂ ਤੱਕ ਦੀ ਵਿੱਦਿਆ ਹਾਸਲ ਕੀਤੀ। ਹਾਸਲ ਕਰਨ ਦਾ ਅਰਥ ਹੁੰਦਾ ਹੈ ਪ੍ਰਾਪਤ ਕਰਨਾ। ਆਪਣੀ ਛੋਟੀ ਉਮਰ ਵਿੱਚ ਹੀ ਉਹ ਕਾਫੀ ਫੁਰਤੀਲੇ ਸੀ। ਫੁਰਤੀਲੇ ਮਤਲਬ ਚੁਸਤ ਮਤਲਬ ਹੁਸ਼ਿਆਰ ਵੀ ਜਿਹਨੂੰ ਕਹਿ ਸਕਦੇ, ਇੰਟੈਲੀਜੈਂਟ ਸੀਗੇ। ਉਸ ਦੇ ਫੁਰਤੀਲੇਪਨ ਨੂੰ ਵੇਖਦੇ ਹੋਏ ਹੀ ਉਸ ਦੇ ਜਮਾਤੀ ਉਸ ਨੂੰ ਅਫਲਾਤੂਨ ਕਹਿੰਦੇ ਸਨ। 1911 ਈਸਵੀ ਵਿੱਚ ਉਹ ਸੈਨ ਫਰਾਂਸਿਸਕੋ ਅਮਰੀਕਾ ਚਲੇ ਗਏ। ਉੱਥੇ ਉਹ ਬਰਕਲੇ ਯੂਨੀਵਰਸਿਟੀ ਵਿੱਚ ਦਾਖਲ ਹੋ ਕੇ ਰਸਾਇਣ ਵਿਗਿਆਨ ਦੀ ਪੜ੍ਹਾਈ ਹਾਸਲ ਕਰਨ ਲੱਗੇ। ਉਸ ਨੂੰ ਪੜ੍ਹਾਈ ਦੇ ਨਾਲ ਕੰਮ ਵੀ ਕਰਨਾ ਪੈਂਦਾ ਸੀ। ਉੱਥੇ ਉਸ ਨੇ ਹਿੰਦੀ ਮਜ਼ਦੂਰਾਂ ਦੇ ਨਾਲ ਨਸਲੀ ਵਿਤਕਰੇ ਹੁੰਦੇ ਦੇਖੇ। ਵਿਤਕਰੇ ਮਤਲਬ ਭੇਦਭਾਵ। ਉਸ ਕੋਲੋਂ ਇਹ ਸਹਿਨ ਨਾ ਹੋ ਸਕਿਆ। ਉਸ ਦੇ ਅੰਦਰ ਅੰਗਰੇਜ਼ਾਂ ਪ੍ਰਤੀ ਰੋਹ ਭਰ ਚੁੱਕਾ ਸੀ। ਰੋਹ ਮਤਲਬ ਗੁੱਸਾ। ਜਦੋਂ ਉਹ ਅਮਰੀਕਾ ਗਏ ਸੀ ਸੈਨ ਫਰਾਂਸਿਸਕੋ ਵਿੱਚ, ਤੇ ਉਸ ਟਾਈਮ ਕੀ ਲੋਕਾਂ ਦੇ ਨਾਲ ਜਿਹੜੇ ਗੋਰੇ ਲੋਕ ਸੀ, ਅੰਗਰੇਜ਼ ਲੋਕ ਸੀਗੇ, ਉਹ ਜਿਹੜੇ ਆ ਦੂਸਰੇ ਲੋਕਾਂ ਦੇ ਨਾਲ ਜਿਹੜੇ ਆ ਵਿਤਕਰੇ ਕਰਦੇ ਸੀ, ਭੇਦਭਾਵ ਕਰਦੇ ਸੀ। ਤੇ ਜਦੋਂ ਉਹਨਾਂ ਦੇ ਨਾਲ ਭੇਦਭਾਵ ਕੀਤਾ ਜਾਂਦਾ ਸੀ, ਜਿਨ੍ਹਾਂ ਵਿੱਚ ਕਰਤਾਰ ਸਿੰਘ ਸਰਾਭਾ ਜੀ ਵੀ ਇੱਕ ਸਨ, ਤਾਂ ਉਸ ਟਾਈਮ ਤੇ ਉਹਨਾਂ ਕੋਲ ਇਹ ਸਾਰਾ ਕੁਝ ਜਿਹੜਾ ਵਾ ਸਹਿਨ ਨਾ ਹੋ ਸਕਿਆ ਤੇ ਉਹਨਾਂ ਦੇ ਪ੍ਰਤੀ ਜਿਹੜਾ ਅੰਗਰੇਜ਼ਾਂ ਦੇ ਪ੍ਰਤੀ ਜਿਹੜਾ ਹੋਰ ਵੱਧਦਾ ਜਿਹੜਾ ਗਿਆ। ਉਹ ਕੋਈ ਅਜਿਹੀ ਮੁਹਿੰਮ ਚਲਾਉਣਾ ਚਾਹੁੰਦੇ ਸਨ ਜਿਸ ਵਿੱਚ ਹਿੰਦੀ ਨੌਜਵਾਨ ਉਸ ਦਾ ਸਾਥ ਦੇਣ। ਇੱਕ ਦਿਨ ਉਸ ਨੇ ਗਦਰ ਪਾਰਟੀ ਦੇ ਸਕੱਤਰ ਲਾਲਾ ਹਰਦਿਆਲ ਸਿੰਘ ਦੀ ਤਕਰੀਰ ਸੁਣੀ। ਉਸ ਦੀ ਤਕਰੀਰ ਨੇ ਕਰਤਾਰ ਸਿੰਘ ਨੂੰ ਹਲੂਣ ਕੇ ਰੱਖ ਦਿੱਤਾ। ਤਕਰੀਰ ਮਤਲਬ ਭਾਸ਼ਣ। ਹਲੂਣ ਕੇ ਰੱਖ ਦਿੱਤਾ ਮਤਲਬ ਉਹਨਾਂ ਨੂੰ ਅੰਦਰੋਂ ਝੰਜੋੜ ਦਿੱਤਾ, ਕਿ ਮਤਲਬ ਉਹਨਾਂ ਦੇ ਵਿੱਚ ਇੱਕ ਨਵਾਂ ਜੋਸ਼ ਜਿਹੜਾ ਪੈਦਾ ਕੀਤਾ। ਉਸ ਦਿਨ ਤੋਂ ਹੀ ਉਹ ਗਦਰ ਪਾਰਟੀ ਦਾ ਮੈਂਬਰ ਬਣ ਗਿਆ। ਉਸਨੇ ਗਦਰ ਪਾਰਟੀ ਵਿੱਚ ਰਹਿੰਦਿਆਂ ਗਦਰ ਨਾਂ ਦਾ ਅਖਬਾਰ ਵੀ ਕੱਢਿਆ। ਇਸ ਅਖਬਾਰ ਨੇ ਪੰਜਾਬੀਆਂ ਦੇ ਦਿਲਾਂ ਵਿੱਚ ਇੱਕ
ਚਾਅ ਜਿਹਾ ਪੈਦਾ ਕਰ ਦਿੱਤਾ। ਚਾਅ मतलब एक खुशी जिहड़ी आ पैदा कर ਦਿੱਤੀ। गदर पार्टी ਦੀਆਂ ਸਰਗਰਮੀਆਂ ਨੂੰ ਭਾਰਤ ਵਿੱਚ ਜਾਰੀ ਕਰਨ ਲਈ ਪਾਰਟੀ ਵੱਲੋਂ ਕਰਤਾਰ ਸਿੰਘ ਸਰਾਭਾ ਨੂੰ ਭਾਰਤ ਭੇਜਿਆ ਗਿਆ। ਇੱਥੇ ਆ ਕੇ ਉਹ ਬੰਗਾਲ ਦੇ ਕ੍ਰਾਂਤੀਕਾਰੀ ਨੇਤਾ ਰਾਸ ਬਿਹਾਰੀ ਬੋਸ ਨੂੰ ਮਿਲਿਆ। ਫਿਰ ਉਸਨੇ ਪੰਜਾਬ ਆ ਕੇ ਅੰਮ੍ਰਿਤਸਰ ਅਤੇ ਲਾਹੌਰ ਵਿਖੇ ਗਦਰ ਪਾਰਟੀ ਦੇ ਅੱਡੇ ਕਾਇਮ ਕੀਤੇ। ਗਦਰ ਪਾਰਟੀ ਦੇ ਪੈਗਾਮ ਨੂੰ ਸਿਖਰ ਤੱਕ ਪਹੁੰਚਾਉਣ ਲਈ ਰਾਸ ਬਿਹਾਰੀ ਬੋਸ ਨੂੰ ਪੰਜਾਬ ਬੁਲਾਇਆ ਗਿਆ। ਸੋ ਕੀ ਕੀਤਾ, ਕਰਤਾਰ ਸਿੰਘ ਸਰਾਭਾ ਜੀ ਨੇ ਸੈਨ ਫਰਾਂਸਿਸਕੋ ਵਿੱਚ ਰਹਿੰਦੇ ਹੋਏ ਉੱਥੇ ਗਦਰ ਪਾਰਟੀ ਨਾਂ ਦੇ ਇੱਕ ਜਿਹੜਾ ਵਾ ਪਾਰਟੀ ਬਣਾਈ ਤੇ ਉਹ ਇਸੇ ਪਾਰਟੀ ਦੇ ਮੱਦੇਨਜ਼ਰ ਉਹਨਾਂ ਨੇ ਇੱਕ ਗਦਰ ਨਾਮ ਪਾਰਟੀ ਦਾ ਅਖਬਾਰ ਵੀ ਕੱਢਿਆ। ਉਹ ਇਸ ਚੀਜ਼ ਨੂੰ ਜਿਹੜੀ ਆ ਹੋਰ ਪ੍ਰਫੁੱਲਿਤ ਕਰਨਾ ਚਾਹੁੰਦੇ ਸੀ ਤਾਂ ਕਿ ਉਹ ਭਾਰਤ ਵਿੱਚੋਂ ਵੀ ਜਿਹੜਾ ਵਾ ਭਾਰਤ ਨੂੰ ਵੀ ਜਿਹੜੇ ਗੋਰਿਆਂ ਦੇ ਰਾਜ ਤੋਂ ਜਿਹੜਾ ਵਾ ਮੁਕਤ ਕਰਵਾ ਸਕੇ। ਇਸ ਕਰਕੇ ਉਹਨਾਂ ਨੇ ਆਪਣੀ ਪਾਰਟੀ ਦੇ ਜਿਹੜੇ ਆ ਹੈਡ ਉਹਨਾਂ ਦੀ ਕਮਾਂਡ ਦੇ ਹੇਠਾਂ ਆ ਕੇ ਭਾਰਤ ਵਾਪਸ ਆਏ ਤੇ ਇੱਥੇ ਆ ਕੇ ਉਹ ਰਾਸ ਬਿਹਾਰੀ ਨਾਮ ਜੀ ਤੇ ਜਿਹੜੇ ਕ੍ਰਾਂਤੀਕਾਰੀ ਬੰਗਾਲੀ ਕ੍ਰਾਂਤੀਕਾਰੀ ਸੀ ਉਹਨਾਂ ਨੂੰ ਮਿਲੇ ਤੇ ਫਿਰ ਉਹਨਾਂ ਨੇ ਪੰਜਾਬ ਵਿੱਚ ਵੀ ਆ ਕੇ ਅੰਮ੍ਰਿਤਸਰ ਵਿੱਚ ਜਿਹੜੇ ਆਪਣੇ ਤੇ ਲਾਹੌਰ ਵਿੱਚ ਉਸ ਟਾਈਮ ਤੇ ਲਾਹੌਰ ਤੇ ਜਿਹੜਾ ਪੰਜਾਬ ਦਾ ਹੀ ਹਿੱਸਾ ਸੀਗਾ ਅੰਮ੍ਰਿਤਸਰ ਤੇ ਲਾਹੌਰ ਵਿਖੇ ਆ ਕੇ ਗਦਰ ਪਾਰਟੀ ਦੇ ਨਾਂ ਦੇ ਜਿਹੜੇ ਆ ਅੱਡੇ ਕਹਿ ਸਕਦੇ ਆ ਜਾਂ ਫਿਰ ਕਹਿ ਸਕਦੇ ਬ੍ਰਾਂਚਸ ਜਿਹੜੀਆਂ ਕਾਇਮ ਕੀਤੀਆਂ ਤੇ 21 ਫਰਵਰੀ 1915 ਨੂੰ ਗਦਰ ਕਰਨ ਦੀ ਜਿਹੜੀ ਆ ਤਾਰੀਖ ਮਿੱਤੀ ਗਈ। ਗਦਰ ਕਰਨ ਦੀ ਤਾਰੀਖ ਮਿੱਤੀ ਯਾਨੀ ਮਤਲਬ ਕਿ ਇੱਕ ਕਹਿ ਸਕਦੇ ਆ ਕਿ ਇੱਕ ਸੰਘਰਸ਼ ਕਰਨ ਦੀ ਜਿਹੜੀ ਤਾਰੀਖ ਮਿੱਤੀ ਗਈ ਕਿ ਸਾਰੇ ਜਿਹੜੇ ਰਾਜਾਂ ਦੇ ਵਿੱਚ ਜਿਹੜਾ ਇੱਕੋ ਟਾਈਮ ਜਿਹੜਾ ਵਾ ਸੰਘਰਸ਼ ਕੀਤਾ ਜਾਵੇਗਾ। ਮਿਥਲੇ ਦਾ ਹੁੰਦਾ ਵਾ, ਮਿਥਲੇ ਦਾ ਅਰਥ ਹੁੰਦਾ ਨਿਯਤ ਕਰਨਾ। ਸੋ ਪਰੰਤੂ ਕਿਰਪਾਲ ਸਿੰਘ ਨਾਂ ਦੇ ਇੱਕ ਗੱਦਾਰ ਨੇ ਇਸ ਸੂਹ ਸਰਕਾਰ ਨੂੰ ਦੇ ਦਿੱਤੀ। ਗਦਰੀਆਂ ਦੇ ਤਰੀਕ ਬਦਲ ਕੇ 19 ਫਰਵਰੀ ਰੱਖ ਦਿੱਤੀ। ਪਹਿਲਾਂ ਗਦਰ ਪਾਰਟੀ ਜਿਹੜੀ ਆ ਆਪਣਾ ਜਿਹੜਾ ਸੰਘਰਸ਼ 21 ਫਰਵਰੀ ਨੂੰ ਕਰਨਾ ਚਾਹੁੰਦੀ ਸੀ ਤੇ ਬਟ ਕਿਰਪਾਲ ਸਿੰਘ ਨਾਂ ਦੇ ਇੱਕ ਜਿਹੜੇ ਗੱਦਾਰ ਨੇ ਜਦੋਂ ਸਰਕਾਰ ਨੂੰ ਇਸ ਦੀ ਛੂਟ ਦਿੱਤੀ ਤੇ ਫਿਰ ਉਹਨਾਂ ਨੇ ਕੀ ਕੀਤਾ ਕਿ 21 ਫਰਵਰੀ ਦੀ ਜਗ੍ਹਾ ਉਹਨਾਂ ਨੇ 21 ਫਰਵਰੀ ਜਿਹੜਾ ਵਾ ਗਦਰ ਕਰਨ ਦੀ ਜਿਹੜੀ ਯੋਜਨਾ ਕੀਤੀ। ਇਸ ਦੀ ਖਬਰ ਵੀ ਗੰਡਾ ਸਿੰਘ ਰਸਾਲਦਾਰ ਨਾਂ ਦੇ ਪੁਲਿਸ ਨੂੰ ਦੇ ਕੇ ਕਰਤਾਰ ਸਿੰਘ ਨੂੰ ਪੁਲਿਸ ਕੋਲ ਫੜਾ ਦਿੱਤਾ ਪਰ ਇਸ ਦੀ ਵੀ ਜਿਹੜੀ ਜਾਣਕਾਰੀ ਜਿਹੜੀ ਪੁਲਿਸ ਨੂੰ ਲੱਗ ਚੁੱਕੀ ਸੀਗੀ। ਕਰਤਾਰ ਸਿੰਘ ਨੇ ਸਰਕਾਰ ਵਿਰੁੱਧ ਗਦਰ ਕਰਨ, ਫੌਜਾਂ ਨੂੰ ਵਿਗਾੜਨ, ਡਾਕੇ ਮਾਰਨ ਤੇ ਕਤਲ ਦੇ ਦੇਸ਼ ਵਿੱਚ ਮੁਕੱਦਮਾ ਚਲਾਇਆ ਗਿਆ। ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਅਲੱਗ-ਅਲੱਗ ਜਿਹੜੇ ਮੁਕੱਦਮੇ ਚਲਾ ਕੇ ਉਹਨਾਂ ਜਿਹੜੀ ਫਾਂਸੀ ਦੀ ਸਜ਼ਾ ਦਿੱਤੀ ਗਈ। 16 ਨਵੰਬਰ 1915 ਈਸਵੀ ਨੂੰ ਇਸ ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ। ਕਰਤਾਰ ਸਿੰਘ ਦੀ ਸ਼ਹੀਦੀ ਤੋਂ ਬਾਅਦ ਦੇਸ਼ ਵਿੱਚ ਜਗ੍ਹਾ-ਜਗ੍ਹਾ ਲੋਕ ਜਾਗਰਿਤ ਹੋਣ ਲੱਗੇ। ਇਸ ਦਾ ਹੀ ਨਤੀਜਾ ਨਿਕਲਿਆ ਕਿ ਭਾਰਤ 15 ਅਗਸਤ 1947 ਈਸਵੀ ਨੂੰ ਆਜ਼ਾਦ ਹੋਇਆ। ਜਦੋਂ ਤੱਕ ਆਜ਼ਾਦੀ ਦਾ ਇਤਿਹਾਸ ਦੁਹਰਾਇਆ ਜਾਂਦਾ ਰਹੇਗਾ ਕਰਤਾਰ ਸਿੰਘ ਨਾਂ ਦਾ ਮੋਹਰੀ ਦੇਸ਼ ਭਗਤਾਂ ਵਿੱਚੋਂ ਲਿਆ ਜਾਂਦਾ ਰਹੇਗਾ। ਸੋ ਇਸ ਤਰ੍ਹਾਂ ਕਰਤਾਰ ਸਿੰਘ ਸਰਾਭਾ ਜੀ ਜਿਹੜੇ ਆ ਇੱਕ ਅਜਿਹੇ ਦੇਸ਼ ਭਗਤ ਹੋਏ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ 1915 ਈਸਵੀ ਵਿੱਚ ਜਿਹੜੀ ਆ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਫਾਂਸੀ ਜਿਹੜੀ ਆ ਦੇ ਦਿੱਤੀ ਗਈ ਸੀਗੀ। ਸੋ ਵਿਦਿਆਰਥੀਓ ਹੁਣ ਤੁਸੀਂ ਸਾਰਿਆਂ ਨੇ ਜਿਹੜਾ ਚੈਪਟਰ ਨੂੰ ਰਿਪੀਟ ਕਰਨਾ ਵਾ, ਰੀਡ ਕਰਨਾ ਵਾ। ਸੋ ਉਸ ਤੋਂ ਬਾਅਦ ਤੁਸੀਂ ਆਪਣੀ ਬੈਕ ਐਕਸਰਸਾਈਜ਼ ਵੀ ਸੋਲਵ ਕਰਨੀ ਹੈ। ਥੈਂਕ ਯੂ।